हे गुरु गुरु नानक पद पंकज बंदन पंकज बंदन सिमरो अंगद दुख निकंदन गुरु अमर दास हृदय नित त्याऊं हृदय नित त्याऊं श्री गुरु रामदास गुण गाऊं गुरु अर्जन विघ्नन के नाशक विघ्नन के नाशक श्री हरि गोबिंद सुमत प्रकाशक श्री हरि राय नमो कर जोरी नमो कर जोरी श्री हर कृष्ण मनाऊं बहोरी गुरु तेग बहादुर परम कृपाला परम कृपाला श्री गुरु गोबिंद सिंह बेसाला तारो तारा पर पुन पुन सीसा पुन पुन सीसा बंदों बार बार जगदीसा जा मैं अमृत ज्ञान है माणिक भगत विराग गुरु ग्रंथ साहिब उदद बंदो कर अनुराग श्री गुरु शब्द कमाए जना जीते पंच विकार तिन संतन को बंदना सिर चरणन पर तार एक अंकारा सतगुरु ते प्रसाद सच हुए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए दोहरा सतगुर कृपा कृपा निधान जी करत अनेक बिलास चाहित धर्म स्थापने दुष्टन करन विनाश वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੇ ਵਿੱਚ ਆਨੰਦ ਵਰਤਾ ਰਹੇ ਹਨ, ਅਨੇਕਾਂ ਕੌਤਕ ਕਰ ਰਹੇ ਹਨ। ਔਰ ਹੁਣ ਪਾਤਸ਼ਾਹ ਜੀ ਨੇ ਖਿਆਲ ਕੀਤਾ ਕਿ ਜਿਸ ਕੰਮ ਦੇ ਲਈ ਮੈਂ ਆਇਆ ਹੁਣ ਉਸ ਕੰਮ ਨੂੰ ਆਰੰਭ ਕਰਾਂ। ਪੰਥ ਦੀ ਸਾਜਨਾ ਧਰਮ ਨੂੰ ਸਥਾਪਨਾ ਇਹ ਕੰਮ ਜ਼ਰੂਰੀ ਸੀ ਸਤਿਗੁਰਾਂ ਦਾ। ਅਤੇ ਜਿਹੜੇ ਦੁਸ਼ਟ ਲੋਕ ਮਾਤ ਲੋਕ ਦੇ ਵਿੱਚੋਂ ਧਰਮ ਨੂੰ ਖਤਮ ਕਰਨ 'ਤੇ ਤੁਲੇ ਹੋਏ ਸਨ ਉਹਨਾਂ ਦਾ ਖਾਤਮਾ ਕਰਨਾ। ਇਹ ਸੋਚ ਕਰਕੇ ਸਤਿਗੁਰਾਂ ਨੇ ਇੱਕ ਦਿਨ ਖਿਆਲ ਕੀਤਾ ਹੈ। ਇਸ ਤੋਂ ਪਹਿਲਾਂ ਆਪਾਂ ਸਰਵਣ ਕੀਤਾ ਕਿ ਸਤਿਗੁਰਾਂ ਨੇ ਕਈ ਵਾਰੀ ਧਰਮੀ ਬੰਦਿਆਂ ਦੀ ਪ੍ਰੀਖਿਆ ਲਈ ਆ। ਕਦੇ ਆਪਣੇ ਮਸੰਦਾਂ ਦੀ ਪ੍ਰੀਖਿਆ ਲਈ ਆ, ਕਦੇ ਬ੍ਰਾਹਮਣਾਂ ਦੀ ਲਈ ਆ, ਜੋਗੀਆਂ ਦੀ ਲਈ ਆ, ਔਰ ਰਾਜਿਆਂ ਦੀ ਪ੍ਰੀਖਿਆ ਵੀ ਸਤਿਗੁਰਾਂ ਨੇ ਲਈ ਆ। ਇਹ ਪ੍ਰੀਖਿਆ ਲੈਂਦਿਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਪੰਥ ਦੀ ਸਾਜਨਾ ਕਿਵੇਂ ਕਰਦੇ ਹਨ ਇਹ ਕਥਾ ਆਰੰਭ ਕਰਦੇ ਹਾਂ। ਆਰੰਭ ਕਰਨ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ। ਆਪਣੀਆਂ ਤੇ ਦਾਸਾਂ ਦੀਆਂ ਲਵਾਓ ਹਾਜ਼ਰੀਆਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਤਿਗੁਰ ਕਿਰਪਾ ਨਿਧਾਨ ਜੀ ਕਰਤ ਅਨੇਕ ਬਿਲਾਸ ਚਾਹਿਤ ਧਰਮ ਸਥਾਪਨੇ ਦੁਸ਼ਟਨ ਕਰਨ ਵਿਨਾਸ਼। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੀਸਰੀ ਰੁੱਤ ਦਾ
ਅਗਲੀ ਰਾਸ ਦਾ ਗੁਰੂ ਪਿਆਰਿਓ ਤੀਸਰਾ ਅਧਿਆਇਆ ਆਰੰਭ ਕਰਦੇ ਹਨ। ਔਰ ਸਤਿਗੁਰਾਂ ਦਾ ਕੀ ਮਕਸਦ ਹੈ ਹੁਣ? ਜਿਸ ਮਕਸਦ ਲਈ ਦੁਨੀਆ ਵਿੱਚ ਅਵਤਾਰ ਧਾਰਿਆ, ਜਾਏ ਜਹਾਂ ਤੇ ਧਰਮ ਵਿਥਾਰੋ, ਦੁਸ਼ਟ ਦੋਖੀਨ ਪਕੜ ਪਛਾਰੋ। ਦੁਸ਼ਟਾਂ ਦਾ ਖਾਤਮਾ ਕਰਨਾ ਹੈ, ਧਰਮ ਦੇ ਦੋਖੀਆਂ ਦਾ ਖਾਤਮਾ ਕਰਨਾ ਹੈ, ਧਰਮ ਨੂੰ ਕਾਇਮ ਕਰਨਾ ਹੈ। ਸਤਿਗੁਰਾਂ ਨੇ ਇਹ ਸਲਾਹ ਕੀਤੀ ਹੈ। ਪਈ ਜਬ ਹੈ ਬਸੋਏ ਕੋ ਦਿਨ ਆਵੈ, ਚਹੁ ਦਿਸ਼ ਤੇ ਸੰਗਤ ਉਮੜਾਵੈ। ਔਰ ਆਪ ਜੀ ਨੂੰ ਪਤਾ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਵਿਸਾਖੀ ਤੇ ਦੀਵਾਲੀ ਤੇ ਹੋਲਾ ਮਹੱਲਾ 10ਵੇਂ ਪਾਤਸ਼ਾਹ ਜੀ ਤੋਂ ਆਰੰਭ ਹੋਇਆ। ਇਹ ਚੜ੍ਹਦੀ ਕਲਾ ਬੜੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਮਨਾਇਆ ਕਰਦੀਆਂ। ਤੀਜੇ ਪਾਤਸ਼ਾਹ ਜੀ ਤੋਂ ਲੈ ਕੇ ਵਿਸਾਖੀ ਆਰੰਭ ਹੋ ਗਈ ਸੀ ਗੋਇੰਦਵਾਲ ਸਾਹਿਬ ਤੋਂ ਇਸ ਤਰ੍ਹਾਂ ਹਰ ਵਿਸਾਖੀ ਦੇ ਦਿਹਾੜੇ ਤੇ ਸਿੱਖ ਸੰਗਤਾਂ ਮਾਨੋ ਬੱਦਲਾਂ ਦੀ ਨਿਆਈ ਉੱਡ ਉੱਡ ਕੇ ਗੁਰੂ ਚਰਨਾਂ ਵਿੱਚ ਆਉਂਦੀਆਂ ਹਨ। ਜਿਮ ਗ੍ਰੀਖਮ ਬੀਤੇ ਜਿਸ ਕਾਲ, ਚਹੁ ਦਿਸ ਉਮੜੈ ਕਟਾ ਵਿਸਾਲ। ਜਿਸ ਤਰ੍ਹਾਂ ਗਰਮੀ ਦੀ ਰੁੱਤ ਲੰਘਦਿਆਂ ਹੀ ਆਕਾਸ਼ਾਂ ਦੇ ਵਿੱਚ ਕਾਲੀਆਂ ਘਟਾਵਾਂ ਆ ਜਾਂਦੀਆਂ ਹਨ। ਪ੍ਰੇਮ ਧਰੇ ਆਨੰਦਪੁਰ ਆਵਤ, ਸ਼ਬਦ ਅਖੰਡ ਕੀਰਤਨ ਗਾਵਤ। ਔਰ ਇਸੇ ਤਰ੍ਹਾਂ ਸੰਗਤਾਂ ਦੇ ਜਥੇ ਬੜੇ ਪ੍ਰੇਮ ਦੇ ਨਾਲ ਇਕੱਠੇ ਹੋ ਕੇ 100 ਦਾ ਜਥਾ, 50 ਦਾ ਟੋਲਾ ਇਹ ਇਕੱਠੇ ਹੋ ਕਰਕੇ ਗੁਰੂ ਪਿਆਰਿਓ ਲਗਾਤਾਰ ਸ਼ਬਦ ਕੀਰਤਨ ਕਰਦੇ, ਗੁਰੂ ਜਸ ਕਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਵੱਲ ਆ ਰਹੇ ਹਨ। ਚਾਖਤ ਹੈ ਅੰਮ੍ਰਿਤ ਧਾਰਾ, ਦਰਸ਼ਨ ਕਰਹਿ ਆਨੰਦ ਉਦਾਰਾ। ਔਰ ਉਧਾਰ ਹੁੰਦਾ ਦਿਆਲੂ ਕਿਰਪਾਲੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਜਿਹੜੇ ਹਨ ਮਾਨੋ ਅੰਮ੍ਰਿਤ ਦੀ ਧਾਰਾਂ ਦੀ ਨਿਆਈ ਹਨ, ਅੰਮ੍ਰਿਤ ਦੇਣ ਵਾਲੇ ਹਨ। ਧੰਨੀ ਖੇਪ ਸੁਝੰਗ ਸਿਆਲਾ, ਆਵਤ ਲੰਮੇ ਦੇਸ ਵਿਸ਼ਾਲਾ। ਔਰ ਫਿਰ ਐਸੇ ਸੁੰਦਰ ਸਰੂਪ ਦੇ ਦਰਸ਼ਨਾਂ ਨੂੰ ਕੌਣ ਤਿਆਗੇ? ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਧੰਨੀ ਕੇਪ ਝੰਗ ਸਿਆਲ ਇਹ ਸਾਰੇ ਇਲਾਕੇ ਜਿਹੜੇ ਆ ਪਾਕਿਸਤਾਨ ਦੇ ਵਿੱਚ ਹਨ, ਪੱਛਮ ਵਾਲੇ ਪਾਸੇ, ਸ਼ਿਪਦੇ ਵਾਲੇ ਪਾਸੇ ਔਰ ਲੰਮੇ ਦੇਸ਼ ਆਦਿ ਤੋਂ ਆਉਣਾ ਕਰਦੇ ਹਨ। ਔਰ ਮੁਲਤਾਨ ਦੇਸ਼ ਮਨ ਕੀਰਾ, ਨਰ ਪਿਸ਼ੌਰ ਕੋ ਪ੍ਰੇਮ ਕਨੇਰਾ। ਔਰ ਗੁਰੂ ਪਿਆਰਿਓ ਜਿਹੜਾ ਮੁਲਤਾਨ ਦਾ ਇਲਾਕਾ ਹੈ, ਮਨਕੇਰ ਦਾ ਇਲਾਕਾ ਹੈ, ਪਿਸ਼ੌਰ ਦਾ ਇਲਾਕਾ ਹੈ, ਜਿੱਥੇ ਜਿੱਥੇ ਸਤਿਗੁਰਾਂ ਨੇ ਸਮੇਂ-ਸਮੇਂ ਤੇ ਚਰਨ ਪਾਏ ਹਨ, ਸਾਰੀਆਂ ਸੰਗਤਾਂ ਗੁਰੂ ਵੱਲ ਆ ਰਹੀਆਂ ਹਨ। ਕਾਬੁਲ ਖੁਰਾਸਾਨ ਕੰਧਾਰਾ, ਬਲਖ ਬੁਖਾਰਾ ਆਏ ਹਜ਼ਾਰਾਂ। ਇਸ ਤਰ੍ਹਾਂ ਕਾਬਲ, ਖੁਰਾਸਾਨ, ਕੰਧਾਰ, ਬਲਖ ਬੁਖਾਰਾ, ਕੰਧਾਰ ਜਿੱਥੇ ਵਲੀ ਕੰਧਾਰੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗਿਆਨ ਬਖਸ਼ਿਸ਼ ਕੀਤਾ ਸੀ, ਉੱਥੋਂ ਤੱਕ ਦੀਆਂ ਸਿੱਖ ਸੰਗਤਾਂ ਜਿਹੜੀਆਂ ਹਨ ਉਹ ਅਨੰਦਪੁਰ ਸਾਹਿਬ ਵਸਦੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਉਣ ਲੱਗੀਆਂ ਜੀ। ਕਹਿ ਲਗ ਗਿਨੀਐ ਪਸ਼ਚਮ ਵਾਸੀ, ਆਏ ਸੰਗਤਾਂ ਹੋ ਤੋ ਲਾਸੀ। ਇਸ ਤਰ੍ਹਾਂ ਗੁਰੂ ਪਿਆਰਿਓ ਸ਼ਿਪ ਦੇ ਪੱਛਮ ਵਾਲੇ ਪਾਸੇ ਤੋਂ ਕਿੱਥੋਂ ਤੱਕ ਭਾਈ ਸਾਹਿਬ ਕਹਿੰਦੇ ਮੈਂ ਦੱਸਾਂ, ਜਿਹੜੀਆਂ ਸੰਗਤਾਂ ਹੁਣ ਅਨੰਦਪੁਰ ਸਾਹਿਬ ਨੂੰ ਆ ਰਹੀਆਂ ਹਨ। ਸਫਲ ਜਨਮ ਦਰਸ਼ਨ ਕਰ ਜਾਣੈ, ਬਹੁਮੁੱਲੀ ਭੇਟਾ ਗਨ ਆਨੈ। ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਹਨ ਸਿੱਖ ਸੰਗਤਾਂ, ਤੇ ਬੇਅੰਤ ਬਹੁਮੁੱਲੀਆਂ ਭੇਟਾਵਾਂ ਵੀ ਲੈ ਕਰਕੇ ਆਉਂਦੀਆਂ ਹਨ। ਸੁਤ ਬਨਤਾ ਕੋ ਲੇ ਕਰ ਸਾਥ, ਪਰਮ ਪੁਨੀਤ ਹੋਏ ਪੇਖਨਾਥ। ਔਰ ਆਪਣੇ ਧੀਆਂ ਪੁੱਤਰਾਂ ਨੂੰ, ਆਪਣੀ ਘਰਵਾਲੀ ਨੂੰ ਭਾਵ ਸਮਾਂ ਕੱਢ ਕੇ ਸੰਗਤਾਂ ਪਰਿਵਾਰਾਂ ਸਮੇਤ ਸਤਿਗੁਰਾਂ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਚੱਲੀ ਸੰਬੂਹ ਸੰਗਤਾ ਆਵੈ, ਹਿੰਦੂ ਤੁਰਕ ਉਰ ਕਿਸ ਨਹਿ ਭਾਵੈ। ਭਾਵ ਸਤਿਗੁਰੂ ਸਭ ਨੂੰ ਚੰਗੇ ਲੱਗਦੇ ਆ, ਕਿਉਂਕਿ ਸਤਿਗੁਰ ਸਰਬ ਸਾਂਝੇ ਹਨ। ਇਸ ਕਰਕੇ ਸਤਿਗੁਰਾਂ ਨੂੰ ਦਰਸ਼ਨਾਂ ਲਈ ਸਿੱਖ ਸੰਗਤਾਂ ਆਉਂਦੀਆਂ, ਪਰ ਸਤਿਗੁਰ ਸਰਬ ਸਾਂਝੇ ਹੈ। ਪਰ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ, ਸਿੱਖਾਂ ਦਾ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਆਉਣਾ, ਨਗਰ ਕੀਰਤਨ ਕਰਦਿਆਂ ਆਉਣਾ, ਨਾ ਤਾਂ ਇਹ ਚੀਜ਼ ਮੁਗਲਾਂ ਨੂੰ ਚੰਗੀ ਲੱਗਦੀ ਸੀ, ਕਿਉਂਕਿ ਗੁਰੂ ਜਿਹੜਾ ਧਰਮ ਬਦਲ ਤੋਂ ਰੋਕਦਾ ਸੀਗਾ,
ਤੇ ਨਾ ਹੀ ਇਹ ਹਿੰਦੂਆਂ ਨੂੰ ਚੰਗੀ ਲੱਗਦੀ ਸੀ। ਸਤਿਗੁਰਾਂ ਦੇ ਸਿੱਖਾਂ ਦੀ ਚੜ੍ਹਦੀ ਕਲਾ। ਜੋ ਸਿਰ ਤੇ ਗੰਜਾ ਹੋਏ ਲਾਲ, ਤਿਸੇ ਸੁਹਾਏ ਨਾ ਕੇਸ ਵਿਸਾਲ। ਜਿਹਦੇ ਆਪਦੇ ਕੇਸ ਨਹੀਂ ਰੱਖੇ ਹੋਏ, ਸਿਰੋਂ ਗੰਜੇ ਹਨ, ਉਹਨਾਂ ਨੂੰ ਭਲਾ ਖਾਲਸਾ ਜਿਹੜਾ ਹੈ ਸਾਵਰ ਸੂਰਤ ਜਾਂ ਸਿੱਖ ਸੰਗਤਾਂ ਜਿਨ੍ਹਾਂ ਨੇ ਬਾਬੇ ਨਾਨਕ ਦਾ ਹੀ ਹੁਕਮ ਮੰਨ ਕਰਕੇ ਅੱਗੇ ਤੋਂ ਕੇਸ ਰੱਖਣੇ ਆਰੰਭ ਕਰ ਦਿੱਤੇ ਸੀ। ਇੱਕ ਅਲੱਗਾ ਹੀ ਪਛਾਣ ਸਿੱਖ ਦੀ ਬਾਬੇ ਨਾਨਕ ਤੋਂ ਹੀ ਸ਼ੁਰੂਆਤ ਹੋ ਗਈ ਸੀ, ਜਿਸ ਤੇ ਪੱਕੀਆਂ ਮੋਹਰਾਂ 10ਵੇਂ ਪ੍ਰੀਤਮ ਨੇ ਅੱਗੇ ਚੱਲ ਕੇ ਲਾਉਣੀਆਂ ਕੀਤੀਆਂ। ਜਿਨ੍ਹਾਂ ਦੇ ਆਪ ਦੇ ਸਿਰ ਤੇ ਕੇਸ ਨਹੀਂ, ਘੋਨੇ ਮੋਨੇ ਹੈ, ਉਹਨਾਂ ਨੂੰ ਇਹ ਸਿੱਖ ਕਿਵੇਂ ਚੰਗੇ ਲੱਗਦੇ ਨਾ। ਕਿਸ ਬਿਦ ਕਰ ਜੋ ਕੰਨ ਹੋਏ, ਤਿਸ ਨਾ ਸੁਖਾਵੈ ਸੋਠ ਦ੍ਰਿਗ ਸੁਜੋਏ। ਹਾਂ, ਕਾਣਾ ਬੰਦਾ ਹੁੰਦਾ ਹੈ, ਉਹਦੀ ਅੱਖ ਵਿੱਚ ਕਣ ਪੈ ਜਾਵੇ ਜਾਂ ਅੱਖੀ ਕਾਣੀ ਹੋ ਜਾਵੇ ਤੇ ਉਹਨੂੰ ਸੁੰਦਰ ਦੋ ਅੱਖਾਂ ਵਾਲਾ ਬੰਦਾ ਕਿੱਥੇ ਸੋਹਣਾ ਲੱਗਦਾ। ਕਹਿੰਦੇ ਜੈ ਨਕਟੇ ਹੋ ਮਹਿ ਸਮੁਦਾਈ, ਸੁੰਦਰ ਨਾਕ ਨ ਤਹਾਂ ਸੁਹਾਏ। ਹਾਂ, ਨੱਕ ਕੱਟਿਆ ਹੋਵੇ ਕਿਸੇ ਮਨੁੱਖ ਦਾ ਤੇ ਉਹ ਸੁੰਦਰ ਨੱਕਾਂ ਵਾਲੇ ਵਿੱਚ ਕਿਵੇਂ ਸੋਹਣਾ ਲੱਗਦਾ। ਭਾਵ ਇਹ ਆਪ ਨੱਕ ਵੱਡੇ ਹੋਏ ਹੈ, ਇਹਨਾਂ ਦੇ ਆਪਣੇ ਕੇਸ ਨਹੀਂ ਰੱਖੇ ਹੋਏ, ਇਹਨਾਂ ਦੀ ਮਰਜ਼ਾਦਾ ਜਿਹੜੀ ਹੈ ਗੁਰੂ ਤੋਂ ਅਲੱਗ ਹੈ। ਇਸ ਕਰਕੇ ਇਹਨਾਂ ਨੂੰ ਗੁਰੂ ਦੀ ਗੱਲ ਹੁਣ ਚੰਗੀ ਨਹੀਂ ਲੱਗਦੀ ਜੀ। ਸ੍ਰੀ ਸਤਿਗੁਰ ਕੀ ਸ਼ੁਭ ਸੰਗਤ, ਦਿਨ ਪ੍ਰਤ ਨਿਕਸਤ ਨਹੀਂ ਸੋ ਰੰਗਤ। ਇਸੇ ਤਰ੍ਹਾਂ ਹੀ ਸਤਿਗੁਰ ਦੀ ਸੰਗਤ ਉੱਤੇ ਦਿਨ ਦੁੱਗਣੀ ਰਾਤ ਚੌਗਣੀ ਨਵਾਂ ਰੰਗ ਚੜ੍ਹਦਾ ਜਾ ਰਿਹਾ। ਗੁਰੂ ਕੇ ਸਿੱਖਾਂ ਦੇ ਵਿੱਚ ਜੋਸ਼ ਭਰਦਾ ਜਾ ਰਿਹਾ। ਜਿੱਥੇ ਪਹਿਲਾਂ ਰਸਤੇ ਵਿੱਚ ਲੁੱਟ ਲੈਂਦੇ ਸੀ ਲੋਕ ਸਿੱਖਾਂ ਨੂੰ, ਉੱਥੇ ਗੁਰੂ ਪਿਆਰੇ ਹੁਣ 6ਵੇਂ ਪਾਤਸ਼ਾਹ ਸਮੇਂ ਤੋਂ ਸਿੱਖ ਸ਼ਾਸਤਰ ਧਾਰੀ ਹੋਣ ਲੱਗੇ। ਆਪਣੇ ਹੱਥ ਵਿੱਚ ਕੋਈ ਨਾ ਕੋਈ ਸ਼ਾਸਤਰ ਲੈ ਕੇ ਚੱਲਦੇ ਹਨ। ਇਹਨਾਂ ਲੋਕਾਂ ਨੂੰ ਇਹ ਚੰਗੇ ਨਹੀਂ ਲੱਗਦੇ ਜੀ। ਗਾਵਤ ਭਜਨ ਕਰਤ ਗੁਰ ਆਵੈ, ਤੁਰਕ ਮੁਲਖ ਪਤ ਕੋ ਨਹਿ ਭਾਵੈ। ਔਰ ਜਦੋਂ ਇਹ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਭਜਨ ਬੰਦਗੀ ਕੀਰਤਨ ਕਰਦੇ ਹੋਏ ਆਉਂਦੇ ਹਨ ਤੇ ਦੇਸ਼ ਦੇ ਰਾਜੇ ਔਰੰਗਜ਼ੇਬ ਨੂੰ ਇਹਨਾਂ ਦਾ ਏਦਾਂ ਵੱਧਦਾ ਜਾਣਾ, ਮੁਗਲਾਂ ਨੂੰ, ਸੂਬੇਦਾਰਾਂ ਨੂੰ ਜਿੱਥੋਂ ਜਿੱਥੋਂ ਇਹ ਲੰਘ ਕੇ ਆਉਂਦੇ ਹੈ ਚੰਗਾ ਨਹੀਂ ਲੱਗਦਾ ਜੀ। ਦੇਖਤ ਹਿੰਦੂ ਨਕਲ ਬਨਾਵਤ, ਕਰ ਕਰ ਆਪਸ ਮਹਿ ਹਰਖਾਵਤ। ਔਰ ਜਿਹੜੇ ਹਿੰਦੂ ਲੋਕ ਹੈ ਇਹ ਵੀ ਸਿੱਖਾਂ ਦਾ ਮਜ਼ਾਕ ਉਡਾਉਂਦੇ ਹਨ, ਨਕਲਾਂ ਲਾਉਂਦੇ ਆ ਜਾਣ ਬੁੱਝ ਕੇ ਸਿੱਖਾਂ ਦੀਆਂ। ਅੱਜ ਦਾ ਮੀਡੀਆ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ। ਅੱਜ ਤਾਂ ਸਾਨੂੰ ਪ੍ਰਤੱਖ ਹੀ ਪਤਾ ਲੱਗ ਜਾਂਦਾ ਕਿਸ ਤਰ੍ਹਾਂ ਕਈ ਮੂਰਖ ਲੋਕ ਜਾਣ ਬੁੱਝ ਕੇ ਸਿੱਖੀ ਮਰਜ਼ਾਦਾ ਦੀ ਜਦ ਨਕਲ ਕਰਦੇ ਆ ਤੇ ਫਿਰ ਉਹਨਾਂ ਨੂੰ ਕਿਵੇਂ ਸਜ਼ਾਵਾਂ ਮਿਲਦੀਆਂ ਨੇ। ਉਹਨਾਂ ਸਮਿਆਂ ਦੇ ਵਿੱਚ ਚਲੋ ਆਮ ਗੱਲ ਨਹੀਂ ਸੀ ਫੈਲਦੀ, ਪਰ ਜਿਹੜੇ ਵੇਖਦੇ ਸਨ ਉਹਨਾਂ ਨੂੰ ਇਹ ਗੱਲ ਬੁਰੀ ਲੱਗਦੀ ਸੀ। ਹਿੰਦੂ ਲੋਕ ਜਿਹੜੇ ਸਨ ਉਹ ਸਿੱਖ ਸੰਗਤਾਂ ਨੂੰ ਚੰਗਾ ਨਹੀਂ ਸੀ ਸਮਝਦੇ, ਇਹਨਾਂ ਦੀਆਂ ਨਕਲਾਂ ਵੀ ਕਰਦੇ ਸਨ। ਜਿਸ ਕਿਸ ਵਿਦ ਤੇ ਤੁਰਕ ਵਿਸਾਦ, ਪਿਖ ਸਿੱਖੀ ਕੋ ਬਾਦਤ ਬਾਦ। ਔਰ ਇਸੇ ਤਰ੍ਹਾਂ ਕਿਸੇ ਨਾ ਕਿਸੇ ਕਾਰਨ ਤੁਰਕ ਵੀ ਝਗੜਾ ਕਰ ਲੈਂਦੇ ਸਿੱਖਾਂ ਨੂੰ ਵੇਖ ਕੇ, ਵਿਅਰਥ ਹੀ ਝਗੜਾ ਬਖੇੜਾ ਖੜਾ ਕਰ ਲੈਂਦੇ ਜੀ। ਇਨ ਪਿਖ ਸੰਗਤ ਜਾਨੀ ਮਨ ਮੈਂ, ਦੁਆਇ ਰਿਪ ਦੇਖ ਹਰਕ ਨਹਿ ਇਨ ਮੈਂ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੇ ਵੇਖਿਆ ਵੀ ਅਸੀਂ ਇਹਨਾਂ ਨੂੰ ਜਾਂਦੇ ਚੰਗੇ ਨਹੀਂ ਲੱਗਦੇ, ਇਹ ਦੋਨੇ ਹੀ ਸਾਡੇ ਨਾਲ ਦੁਸ਼ਮਣੀ ਕਰਦੇ ਹਨ, ਲੱਗਦਾ ਦੋਨੇ ਸਾਡੇ ਦੁਸ਼ਮਣ ਹਨ। ਇਹ ਜਰੇ ਜਾਹੇ ਪਿਖ ਜਰੈ ਨ ਇਹੀ, ਜਨ ਐਸਚਵਰਜ ਇਨਹੋ ਕੋ ਲੇਹੀ। ਔਰ ਇਹ ਅੰਦਰੋਂ ਅੰਦਰ ਬੜੇ ਸੜਦੇ ਹਨ, ਜਿਵੇਂ ਅਸੀਂ ਇਹਨਾਂ ਦਾ ਕੁਝ ਖੋਇਆ ਹੋਵੇ। ਲਿਆ ਤਾਂ ਗੁਰੂ ਤੋਂ ਹੈ, ਪਰਮੇਸ਼ਰ ਤੋਂ ਹੈ, ਪਰ ਇਹਨਾਂ ਨੂੰ ਐਂ ਲੱਗਦਾ ਹੈ ਕਿ ਜਿਵੇਂ ਸਾਡੀ ਧਨ ਦੌਲਤ ਇਹਨਾਂ ਨੇ ਖੋਹੀ ਹੋਵੇ। ਇਉਂ ਗੁੱਸਾ ਕਰਦੇ ਹਨ ਦੋਨੇ। ਗੁਰ ਢਿਗ ਸੰਗਤ ਸਗਰੀ ਸੰਗਤ ਆਈ, ਦਰਸਤ ਦ੍ਰਿਗ ਭਰ ਅਬਿਮਤ ਪਾਈ। ਇਉਂ ਸਿੱਖ ਸੰਗਤਾਂ ਇੱਕ ਦਿਨ ਮੇਰੇ ਪ੍ਰੀਤਮ ਦੇ ਕੋਲ ਵਿਸਾਖੀ ਤੇ ਪਹੁੰਚੀਆਂ ਹਨ ਔਰ ਬਹੁਤ ਸਾਰੀ ਸੰਗਤ ਇਕੱਤਰ ਹੋ ਕਰਕੇ ਸਤਿਗੁਰਾਂ ਦੇ ਹਜ਼ੂਰੀ ਵਿੱਚ ਆਈ ਹੈ। ਹੁਣ ਕਰ ਜੂਰ ਕਰੀ ਅਰਦਾਸ, ਸ੍ਰੀ ਸਤਿਗੁਰ ਸਾਹਿਬ ਕੇ ਪਾਸ। ਇਉਂ ਸਿੱਖ ਸੰਗਤਾਂ ਨੇ ਰਸਤੇ ਵਿੱਚ ਜਿਹੜੀ ਵਧੀਕੀ ਹੁੰਦੀ ਸੀ ਸਿੱਖਾਂ ਦੇ ਨਾਲ, ਉਹ ਸਾਰੀ ਇੱਕ ਦਿਨ ਇਕੱਤਰ ਹੋ ਕਰਕੇ ਸਿੱਖ ਸੰਗਤਾਂ ਨੇ 10ਵੇਂ ਪਾਤਸ਼ਾਹ ਜੀ ਨੂੰ ਦੱਸਣੇ ਕੀਤੇ ਹੈ। ਹਿੰਦੂ ਤੁਰਕ ਆਵਦ ਕੋ ਹੀਰੈ, ਬਿਨ ਕਾਰਨ ਤੇ ਖਿਜ ਹੈ ਕਨੇਰੈ। ਕਹਿ ਲੱਗੇ ਮਹਾਰਾਜ
ਜਦੋਂ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਆਉਂਦੇ ਹਾਂ ਅਨੰਦਪੁਰ ਸਾਹਿਬ ਦੇ ਵੱਲ, ਔਰ ਅਸੀਂ ਕੀਰਤਨ ਕਰਦੇ, ਢੋਲਕੀਆਂ ਛੈਣੇ ਵਜਾਉਂਦੇ ਹੋਏ ਜਦ ਆਉਂਦੇ ਆ, ਇਹ ਹਿੰਦੂ ਤੇ ਮੁਸਲਮਾਨ ਖਿੱਚਦੇ ਬਹੁਤ ਹੈ, ਪਤਾ ਨਹੀਂ ਕੀ ਗੱਲ ਹੈ ਸਾਡੇ ਤੇ। ਇਸ ਕੇ ਸੰਗ ਨ ਬੈਰ ਹਮਾਰੇ, ਆਵਤ ਜਾਤ ਤੂਸ਼ਨੀ ਧਾਰੇ। ਔਰ ਸਾਡੀ ਇਹਨਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਕੀ ਕਾਰਨ ਹੈ ਕਿ ਇਹ ਲੋਕ ਜਿਹੜੇ ਹਨ ਸਾਡੇ ਨਾਲ ਦੁਸ਼ਮਣੀ ਵਰਗਾ ਸਲੂਕ ਕਰਦੇ ਹਨ। ਤਰਹਿ ਹੇਦ ਹਮ ਕਰੈ ਨ ਕੈਸੇ, ਸੋ ਦੁਖ ਪਾਏ ਸ਼ਤਰੂ ਹੋਵੈ ਜੈਸੇ। ਮਹਾਰਾਜ ਅਸੀਂ ਟਾਲਾ ਵੱਟ ਜਾਂਦੇ ਆ, ਪਾਸਾ ਵੱਟ ਕੇ ਲੰਘ ਜਾਂਦੇ ਆ, ਅਸੀਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੰਦੇ, ਪਰ ਉਹ ਇੰਨੇ ਦੁਖੀ ਹੁੰਦੇ ਆ ਜਿਵੇਂ ਕਿ ਅਸੀਂ ਉਹਨਾਂ ਦੇ ਦੁਸ਼ਮਣ ਹੋਈਏ ਜੀ। ਆਵਨ ਜਾਨ ਖੇਦ ਕਰ ਹੋਵਤ, ਹਿੰਦੂ ਤੁਰਕ ਵਿਪਰ ਜੈ ਹੋਵਤ। ਇਸ ਕਰਕੇ ਮਹਾਰਾਜ ਸਾਡਾ ਆਉਂਦਾ ਤੇ ਜਾਂਦਿਆਂ ਦਾ ਸਮਾਂ ਬੜਾ ਦੁਖਦਾਈ ਨਿਕਲਦਾ ਹੈ, ਕਿਉਂਕਿ ਹਿੰਦੂ ਤੇ ਮੁਸਲਮਾਨ ਦੋਨੇ ਹੀ ਸਾਨੂੰ ਚੰਗਾ ਨਹੀਂ ਸਮਝਦੇ। ਇਨ ਕਾਰਨ ਦਰੋਹੀ ਮਦ ਮਤੇ, ਹਸ ਹੈ ਸੰਗ ਤਿਨ ਆਪ ਕੋ ਮਤੇ। ਆਪ ਇਹ ਕੁਮੱਤ ਮਾੜੀ ਮੱਤ ਵਾਲੇ ਹਨ, ਔਰ ਇਹ ਸਾਡੇ ਤੇ ਦੋਨੇ ਹੱਸਦੇ ਹਨ, ਸਾਡੇ ਨਾਲ ਦਰੋਹ ਕਰਦੇ ਹਨ। ਇਹਨਾਂ ਨੂੰ ਪਰਮੇਸ਼ਰ ਦਾ ਸਿਮਰਨ ਪ੍ਰਭ ਕੋ ਸਿਮਰਨ ਕਰਿਓ ਨਾ ਭਾਵੈ, ਆਪਣੋ ਲੋਕ ਪਰਲੋਕ ਗਵਾਵੈ। ਕਿ ਇਹਨਾਂ ਨੂੰ ਪਰਮੇਸ਼ਰ ਦਾ ਸਿਮਰਨ ਭਜਨ ਹੁੰਦਾ ਚੰਗਾ ਨਹੀਂ ਲੱਗਦਾ, ਇਹ ਆਪਣਾ ਲੋਕ ਤੇ ਪਰਲੋਕ ਖਰਾਬ ਕਰਦੇ ਹਨ। ਸੁਣ ਕਲਗੀਧਰ ਬਚਨ ਬਖਾਨੇ, ਤੁਮ ਗੁਰਮੁਖ ਸਿੱਖ ਸੁਨਹੁ ਸਿਆਣੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਮੇਰੀ ਗੱਲ ਸੁਣੋ ਤੁਸੀਂ। ਮਗ ਕ ਮਹ ਚਲਤ ਸ਼ਸਤਰ ਤੇ ਹੀਨ, ਮਹਾਬਲੀ ਭੀ ਦੀਖਤ ਦੀਨ। ਜਦੋਂ ਕੋਈ ਖਾਲੀ ਹੱਥ ਜਾਂਦਾ ਹੋਵੇ ਨਾ, ਭਾਵੇਂ ਯੋਧਾ ਵੀ ਕਿਉਂ ਨਾ ਹੋਵੇ, ਉਹ ਖਾਲੀ ਹੱਥ ਦਾ ਯੋਧਾ ਵੀ ਜਿਹੜਾ ਹੈ ਦੀਨ ਨਿਮਾਣਾ ਜਿਹਾ ਲੱਗਦਾ ਹੈ। ਤੁਹਾਡੇ ਕੋਲ ਸ਼ਾਸਤਰ ਕੋਈ ਨਹੀਂ ਹੁੰਦਾ ਜਦ ਆਉਂਦੇ ਹੋ। ਗਮਨ ਵਿਦੇਸ਼ ਸ਼ਾਸਤਰ ਨਹਿ ਰੱਖੋ, ਜਿਹਬਾ ਬਿਨ ਜਵਾਬ ਕਿਹ ਭਾਖੋ। ਜਿਸ ਤਰ੍ਹਾਂ ਗੁਰੂ ਪਿਆਰਿਓ ਜੀਵ ਨਾ ਹੋਵੇ ਤੇ ਬੰਦਾ ਜਵਾਬ ਕਿਵੇਂ ਦੇ ਸਕਦਾ ਹੈ, ਤੇ ਸ਼ਾਸਤਰ ਦਾ ਜਵਾਬ ਹੈ ਜਿਹੜਾ ਉਹ ਸ਼ਾਸਤਰ ਨਾਲ ਹੀ ਦੇ ਸਕਦਾ ਹੈ। ਤੁਹਾਡੇ ਕੋਲੇ ਸ਼ਾਸਤਰ ਨਹੀਂ ਹੈ, ਖਾਲੀ ਹੱਥ ਆਉਂਦੇ ਹੋ। ਜੇ ਪਰਹਾਰ ਹੋਏ ਕਰਹੁ ਲੜਾਈ, ਲਿਹੋ ਵਿਜੈ ਗੁਰ ਹੋਏ ਸਹਾਈ। ਤੁਸੀਂ ਸ਼ਾਸਤਰ ਰੱਖਣੇ ਸ਼ੁਰੂ ਕਰੋ। ਜਦੋਂ ਵੀ ਇੱਧਰ ਆਓ ਨਾ, ਆਪਣੇ ਹੱਥ ਵਿੱਚ ਵਰਸ਼ੇ, ਛੇਲੇ, ਤਲਵਾਰਾਂ, ਟਕੂਏ ਆਦਿ ਰੱਖਿਆ ਕਰੋ। ਜੇ ਰਸਤੇ ਵਿੱਚ ਤੁਹਾਡੇ ਨਾਲ ਲੜਾਈ ਵੀ ਕਰਨਗੇ ਨਾ, ਤੇ ਤੁਹਾਡੀ ਜਿੱਤ ਹੋਵੇਗੀ, ਗੁਰੂ ਮਦਦ ਕਰਨਗੇ ਜੀ। ਅਬ ਕੇ ਮੇਲੇ ਦਰਸ਼ਨ ਆਵਹੁ, ਆਪਣੇ ਅੰਗਨ ਸ਼ਾਸਤਰ ਲਗਾਵਹੁ। ਅਗਾਹਾਂ ਨੂੰ ਜਦੋਂ ਸਾਡੇ ਕੋਲ ਆਉਣਾ ਹੈ, ਬਿਨ ਕੇਸ਼ੰਗ ਬਿਨ ਸ਼ਾਸਤਰੰਗ ਨਾ ਦੇਹੋ ਦੀਦਾਰੇ, ਸਰੀਰ ਤੇ ਸ਼ਾਸਤਰ ਧਾਰਨ ਕਰਕੇ ਆਇਓ ਜੀ। ਸਭ ਯੁਗ ਮਹਿਮਾ ਸ਼ਾਸਤਰ ਮਹਾਨ, ਕਲਮ ਅਤਿਸ਼ੈ ਖੜਗ ਪ੍ਰਧਾਨ। ਔਰ ਸਾਰਿਆਂ ਹੀ ਯੁੱਗਾਂ ਦੇ ਵਿੱਚ ਸ਼ਾਸਤਰਾਂ ਦੀ ਮਹਿਮਾ ਕੀਤੀ ਗਈ ਹੈ, ਔਰ ਇਹਨਾਂ ਸ਼ਾਸਤਰਾਂ ਦੇ ਵਿੱਚੋਂ ਜਿਹੜੀ ਤਲਵਾਰ ਹੈ ਨਾ, ਉਹ ਸਭ ਦੀ ਪ੍ਰਧਾਨ ਮੰਨੀ ਗਈ ਹੈ। ਤਿਖੈ ਪ੍ਰਤਾਪ ਦਬਕ ਰਿਪ ਜਾਵਹਿ, ਮਿੱਤਰ ਸ਼ਤਰ ਸਭ ਮਿਲ ਹਰ ਖਾਵਹਿ। ਔਰ ਜਦ ਤੁਹਾਡੇ ਹੱਥ ਵਿੱਚ ਤਲਵਾਰ ਹੋਵੇਗੀ, ਸ਼ਾਸਤਰਾਂ ਦਾ ਪ੍ਰਤਾਪ ਹੀ ਇੰਨਾ ਹੈ ਕਿ ਤੁਹਾਡੇ ਕੋਲੇ ਫੜੇ ਹੋਏ ਸ਼ਾਸਤਰ ਵੇਖ ਕੇ ਆਪੇ ਦੁਬਕ ਜਾਣਗੇ, ਚੁੱਪ ਕਰ ਜਾਣਗੇ। ਇਹਨਾਂ ਨੇ ਫਿਰ ਤੁਹਾਡੇ ਮੂਹਰੇ ਬੋਲਣਾ ਨਹੀਂ। ਜਿਤ ਪ੍ਰਤੀ ਸ਼ਾਸਤਰ ਕਰਹੁ ਅਭਿਆਸ, ਦੋਨੋਂ ਲੋਕ ਦੇਤ ਸੁਖ ਰਾਸ। ਇਸ ਕਰਕੇ ਮੈਂ ਸਿੱਖਾਂ ਨੂੰ ਹੁਕਮ ਦਿੰਦਾ ਅੱਜ ਤੋਂ ਕਿ ਸ਼ਾਸਤਰ ਦਾ ਕਦੇ ਵਸਾ ਨਹੀਂ ਕਰਨਾ। ਸਿੱਖ ਨੇ ਹਮੇਸ਼ਾ ਆਪਣੇ ਕੋਲ ਸ਼ਾਸਤਰ ਰੱਖੋ। ਇਹ ਸ਼ਾਸਤਰ ਦੋਨਾਂ ਲੋਕਾਂ ਵਿੱਚ ਹੀ ਸੁੱਖ ਦੇਣ ਵਾਲਾ ਹੈ। ਸਮੁਖ ਮਰੇ ਤੇ ਸੁਰਗ ਸਿਧਾਵੈ, ਸੁਖ ਕੋ ਅਨੇਕ ਪ੍ਰਕਾਰ ਬਿਹਾਵੈ। ਜੇ ਜੰਗ ਦੇ ਮੈਦਾਨ ਵਿੱਚ ਲੜਦਾ ਹੋਇਆ ਮਰ ਜਾਵੇ ਤਾਂ ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚਦਾ ਹੈ, ਔਰ ਜੇ ਬਚ ਜਾਵੇ ਤਾਂ ਫਿਰ ਇੱਥੇ ਸੁੱਖ ਭੋਗਦਾ ਹੈ। ਜੀਵਤ ਜੀਤੈ ਸ਼ਤਰ ਬਡੇਰੇ, ਮਹਿ ਮਹਿ ਸੁਖ ਕੇ ਭੋਗ ਕਨੇਰੇ। ਜਿਹੜਾ ਜਿਉਂਦਾ ਹੋਇਆ ਸ਼ਾਸਤਰਾਂ ਦੇ ਨਾਲ ਸ਼ਤਰੂ ਨੂੰ ਜਿੱਤ ਲੈਂਦਾ ਹੈ, ਉਹ ਇਸ ਧਰਤੀ ਦੇ ਉੱਤੇ
ਜਿਹੜਾ ਬੜੇ ਸੁਖ ਭੋਗਦਾ ਹੈ ਜੀ। ਸ਼ਸਤਰ ਮਹਾਤਮ ਮਹਾ ਮਹਾਨੋ ਜਾਂ ਤੇ ਸ਼ਸਤਰ ਗਹਿਨ ਕੋ ਠਾਨੋ। ਤਾਂ ਗੁਰੂ ਪਿਆਰਿਓ ਸ਼ਸਤਰਾਂ ਦੀ ਬੜੀ ਮਹਿਮਾ ਹੈ। ਸ਼ਸਤਰਾਂ ਦਾ ਮਹਾਤਮ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਇੱਕ ਬਾਣੀ ਉਚਾਰਨ ਕਰਕੇ ਜਿਹੜਾ ਹੈ ਲਿਖਣਾ ਕੀਤਾ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕੱਲੀ ਤਲਵਾਰ ਦੇ ਹੀ ਅਨੇਕਾਂ ਨਾਮ ਲੈ ਕੇ ਦੱਸਦੇ ਹਨ। ਇੱਕ ਦੋਹਰਾ ਅਸੀਂ ਆਮ ਪੜ੍ਹਿਆ ਕਰਦੇ ਹਾਂ ਹੁਕਮਨਾਮਾ ਲੈਣ ਵੇਲੇ, ਤੀਰ ਤੂੰ ਹੀ ਸੈਥੀ ਤੂੰ ਹੀ ਤਵਰ ਤਲਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਾਰ। ਇਸ ਤਰ੍ਹਾਂ ਗੁਰੂ ਪਿਆਰਿਓ ਪਾਤਸ਼ਾਹ ਜੀ ਨੇ ਤਲਵਾਰ ਦੀ ਬੜੀ ਮਹਿਮਾ ਕੀਤੀ ਹੈ, ਸਾਰੇ ਸ਼ਸਤਰਾਂ ਦੀ ਕੀਤੀ ਹੈ। ਵੈਸੇ ਤਲਵਾਰ ਦੇ ਬਹੁਤ ਸਾਰੇ ਨਾਮ ਰੱਖੇ ਹਨ, ਜਿਵੇਂ ਸ਼ਸਤਰ ਨਾਮ ਮਾਲਾ ਇੱਕ ਬਾਣੀ ਉਚਾਰਨ ਕੀਤੀ ਸਤਿਗੁਰਾਂ ਨੇ। ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਏ। ਆਦਿ ਸ੍ਰੀ ਸ਼ਸਤਰ ਨਾਮ ਮਾਲਾ ਪੁਰਾਣ ਦਾ ਮਤਲਬ ਗ੍ਰੰਥ ਹੁੰਦਾ ਹੈ। ਗ੍ਰੰਥ ਛੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਇਹਨੂੰ ਗ੍ਰੰਥ ਹੀ ਕਹਿੰਦੇ ਹਨ। ਪਾਤਸ਼ਾਹੀ ਦਸਵੀਂ ਦੋਹਰਾ ਸਾਂਗ ਸਰੋਹੀ ਸੈਫ ਅਸਤੀਰ ਤੁਪਕ ਤਲਵਾਰ। ਸਾਂਗ ਹੱਥ ਵਿੱਚ ਫੜਿਆ ਹੋਇਆ ਲੰਮਾ, ਸਰੋਹੀ ਸੈਫ ਇਹ ਤਲਵਾਰਾਂ ਦੇ ਹੀ ਨਾਮ ਹੈ। ਕੋਈ ਗੋਲ ਹੁੰਦੀ ਹੈ, ਕੋਈ ਸਿੱਧੀ ਹੁੰਦੀ ਹੈ, ਅਲੱਗ ਅਲੱਗ ਡਿਜ਼ਾਈਨਾਂ ਦੇ ਅਲੱਗ ਅਲੱਗ ਨਾਮ ਰੱਖੇ ਗਏ ਹੈ। ਤੀਰ, ਤਲਵਾਰ, ਬੰਦੂਕ। ਔਰ ਕਬ ਚਾਂਤ ਕਰ ਕਰੀਏ ਰਛ ਹਮਾਰ। ਅਸਲ ਵਿੱਚ ਪਰਮੇਸ਼ਰ ਜਿਹੜਾ ਹੈ ਸ਼ਸਤਰ ਦੇ ਸਰੂਪ ਵਿੱਚ ਵੀ ਹੈ। ਨਮੋ ਸ਼ਸਤਰ ਨਾਮੰ ਨਮਸਕਾਰ ਤਾਮੰ, ਨਮੋ ਸ਼ਸਤਰ ਭਯੰ ਨਮਸਕਾਰ ਤਯੰ। ਮੇਰੀ ਸ਼ਸਤਰਾਂ ਨੂੰ ਵੀ ਨਮਸਕਾਰ ਹੈ ਤੇ ਸ਼ਾਸਤਰ ਗ੍ਰੰਥਾਂ ਨੂੰ ਵੀ ਨਮਸਕਾਰ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਅਕਾਲ ਪੁਰਖ ਦੀ ਮਹਿਮਾ ਕਰਦੇ ਹੋਏ ਸ਼ਸਤਰ ਨਾਮ ਮਾਲਾ ਦੇ ਵਿੱਚ ਲਿਖਦੇ ਹਨ ਕਿ ਤੂੰ ਹੀ ਮੈਨੂੰ ਜੰਗ ਦੇ ਮੈਦਾਨ ਵਿੱਚ ਬਚਾਉਣਾ ਹੈ। ਤੇ ਜਦ ਕੋਲੇ ਸਾਡੇ ਸ਼ਸਤਰ ਹੋਵੇਗਾ ਫਿਰ ਕੋਈ ਐਰਾ ਗਹਿਰਾ ਸਾਡੇ ਵੱਲ ਝਾਕਦਾ ਨਹੀਂ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰੇ ਅਰ ਤੀਰ, ਸੈਫ ਸਰੋਹੀ ਸੈਥੀ ਯਹ ਹਮਾਰੇ ਪੀਰ। ਇਹੋ ਹੀ ਸਾਡੇ ਪੀਰ ਹੈ, ਗੁਰੂ ਹੈ। ਸਿੰਘਾਂ ਨੇ ਸ਼ਸਤਰਾਂ ਨੂੰ ਗਲੇ ਨਾਲ ਲਾ ਕੇ ਰੱਖਿਆ, ਛਾਤੀ ਨਾਲ ਲਾ ਕੇ ਰੱਖਿਆ ਹੈ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰੇ ਅਰ ਤੀਰ, ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਤੀਰ ਤੂੰ ਹੀ ਸੈਥੀ ਤੂੰ ਹੀ ਤਵਰ ਤਲਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਾਰ। ਕਾਲ ਤੂੰ ਹੀ ਕਾਲੀ ਤੂੰ ਹੀ ਤੇਗ ਅਰ ਤੀਰ। ਬੜੀ ਕਮਾਲ ਦੀ ਗੱਲ ਇੱਥੇ ਮੇਰੇ ਸਾਹਮਣੇ ਆ ਗਈ ਹੈ ਕਿ ਕੋਈ ਕਹਿੰਦਾ ਸਤਿਗੁਰ ਨੇ ਚੰਡੀ ਪ੍ਰਗਟ ਨਹੀਂ ਕੀਤੀ, ਕੋਈ ਕਹਿੰਦਾ ਕੀਤੀ ਆ। ਦੋਨਾਂ ਨੇ ਹੀ ਸ਼ਾਇਦ ਇਸ ਗੱਲ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ। ਸੰਸਾਰ ਦੇ ਕਰਮ ਕਾਂਡਾਂ ਨੂੰ ਖਤਮ ਕਰਨ ਵਾਸਤੇ ਔਰ ਸ਼ਾਸਤਰ ਦੀ ਮਹਿਮਾ ਦੱਸਣ ਵਾਸਤੇ ਪਾਤਸ਼ਾਹ ਜੀ ਨੇ ਚੰਡੀ ਪ੍ਰਗਟ ਕਰਨ ਦਾ ਕੌਤਕ ਕੀਤਾ। ਔਰ ਜਿਹੜੇ ਬ੍ਰਾਹਮਣ ਕਹਿੰਦੇ ਸਨ ਕਿ ਅਸੀਂ ਜੰਤਰਾਂ ਮੰਤਰਾਂ ਨਾਲ ਦੇਵੀ ਸ਼ਕਤੀ ਚੰਡੀ ਪ੍ਰਗਟ ਕਰ ਲੈਨੇ ਆ, ਉਹਨਾਂ ਨੂੰ ਵੀ ਬਿਠਾ ਕਰਕੇ ਤੇ ਉਹਨਾਂ ਦੇ ਕੋਲੋਂ ਕਿਹਾ ਵੀ ਲੈ ਤੁਸੀਂ ਪ੍ਰਗਟ ਕਰੋ। ਪਹਿਲਾਂ ਉਹਨਾਂ ਤੋਂ ਕਰਵਾਈ ਪਰ ਉਹਨਾਂ ਤੋਂ ਨਹੀਂ ਹੋਈ। ਉਹਨਾਂ ਨੇ ਗੁਰੂ ਸਾਹਿਬ ਨੂੰ ਇੰਨਾ ਖਰਚਾ ਦੱਸ ਦਿੱਤਾ, ਕਹਿੰਦੇ ਘੱਟੋ ਘੱਟ 1.25 ਲੱਖ ਦਾ ਤਾਂ ਜਿਹੜਾ ਹੈ ਹਵਨ ਸਮੱਗਰੀ ਆਵੇਗੀ ਤੇ 1.25 ਲੱਖ ਰੁਪਈਆ ਕਹਿੰਦਾ ਮੈਂ ਲਊਂਗਾ। ਪਾਤਸ਼ਾਹ ਕਹਿੰਦੇ ਦੋਨੇ ਕੰਮ ਹੋ ਜਾਣਗੇ, ਤੈਨੂੰ ਵੀ ਦੇਵਾਂਗੇ ਸਮੱਗਰੀ ਵੀ ਦਿੰਦੇ ਆ, ਚੱਲ ਤੂੰ ਮੈਨੂੰ ਦੇਵੀ ਚੰਡੀ ਪ੍ਰਗਟ ਕਰਕੇ ਦਿਖਾ। ਕੇਸ਼ੋ ਦਾਸ ਨਾਮ ਦਾ ਪੰਡਤ, ਸ਼ਾਇਦ ਉਹ ਕਹਾਣੀ ਅੱਗੇ ਆਵੇਗੀ ਇਤਿਹਾਸ ਵਿੱਚ ਵੀ। ਤੇ ਉਸ ਕੇਸ਼ੋ ਨਾਥ ਦੇ ਪੰਡਤ ਨੂੰ ਹੁਕਮ ਦਿੱਤਾ ਚੱਲ ਬਈ ਸ਼ੁਰੂ ਕਰ। ਕਈ ਮਹੀਨੇ ਉਹ ਵੱਡਾ ਖੱਡਾ ਪੱਟ ਕੇ ਟੋਹਾ ਪੱਟ ਕੇ ਉਹਦੇ ਵਿੱਚ ਹਵਨ ਸਮੱਗਰੀ ਪਾਉਂਦਾ ਰਿਹਾ ਅੱਗ ਦੇ ਵਿੱਚ, ਪਰ ਉਸ ਦੇ ਕੋਲੋਂ ਕੋਈ ਚੰਡੀ ਪ੍ਰਗਟ ਨਾ ਹੋਈ। ਸਤਿਗੁਰੂ ਪਾਤਸ਼ਾਹ ਰੋਜ਼ ਕਹਿਣ ਵੀ ਕਰ ਪਰ ਨਹੀਂ ਹੁੰਦੀ। ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਉਸ ਤੋਂ ਪਹਿਲਾਂ ਹੀ ਚਲੇ ਗਏ, ਉਹਨੂੰ ਬੁਲਾਇਆ ਨਹੀਂ, ਸਤਿਗੁਰੂ ਇਕੱਲੇ ਹੀ ਚਲੇ ਗਏ ਹਵਨ ਕੁੰਡ ਦੇ ਕੋਲ। ਜਿਹੜਾ ਸਮਾਨ ਬਚਿਆ ਸੀਗਾ ਦੇਸੀ ਘਿਓ ਅਤੇ ਹੋਰ ਹਵਨ ਸਮੱਗਰੀ, ਸਤਿਗੁਰਾਂ ਨੇ ਭਾਈ ਨੰਦ ਚੰਦ ਹੋਰੀ ਸਿੱਖਾਂ ਨੂੰ ਲਾ ਕਰਕੇ ਸਾਰੀ ਇੱਕਦਮ ਅੱਗ ਵਿੱਚ ਸਿੱਟ ਦਿੱਤੀ। ਲੰਬਾ ਭਾਂਬੜ ਨਿਕਲਿਆ ਆਕਾਸ਼ਾਂ ਨੂੰ ਛੋਹਦਾ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਮਿਆਨ ਦੇ ਵਿੱਚੋਂ ਚਮਕਦੀ ਹੋਈ ਤਲਵਾਰ ਬਾਹਰ ਕੱਢੀ
ਔਰ ਸਿੱਖਾਂ ਨੂੰ ਕਿਹਾ ਉਹ ਸਿੱਖੋ ਆਹੀ ਚੰਡੀ ਆ ਅਸਲ ਵਿੱਚ ਕਾਲ ਤੂੰ ਹੀ ਕਾਲੀ ਤੂੰ ਹੀ। ਇਸ ਗੱਲ ਨੂੰ ਵੀ ਤਾਂ ਸਮਝੋ ਨਾਲ ਨਾ, ਕੇਵਲ ਕਰਮਕਾਂਡਾਂ ਵਿੱਚ ਨਾ ਤੁਰੇ ਫਿਰੋ। ਸਤਿਗੁਰ ਨੇ ਕੌਤਕ ਕੀਤਾ ਚੰਡੀ ਪ੍ਰਗਟ ਕਰਨ ਦਾ, ਪਰ ਇਹਦੇ ਨਾਲ ਉਹਨਾਂ ਨੇ ਇਹ ਦੱਸਣਾ ਸੀ ਕਿ ਚੰਡੀ ਕੋਈ ਇਸਤਰੀ ਨਹੀਂ, ਕੋਈ ਸ਼ੇਰ ਤੇ ਬੈਠੀ ਦੇਵੀ ਨਹੀਂ ਹੈ, ਉਹ ਤਾਂ ਸਿੰਘ ਦੇ ਹੱਥ ਵਿੱਚ ਫੜੀ ਹੋਈ ਤਲਵਾਰ ਹੈ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਕਾਲ ਤੂੰ ਹੀ ਕਾਲੀ ਤੂੰ ਹੀ तेग और तीर, तू ही निशानी जीत की, और आज तू ही जगवीर। संसार ਦੇ ਵਿੱਚ ਸਭ ਤੋਂ ਵੱਡਾ ਯੋਧਾ ਪਰਮੇਸ਼ਰ ਕੌਣ ਹੈ? ਜਿਹਦੇ ਕੋਲੇ ਸ਼ਾਸਤਰ ਹੈ। ਤੂੰ ਹੀ ਸੋਲ ਸੈਥੀ ਤਵਰ ਤੂੰ ਨਿਖੰਗ ਅਰਬਾਨ, ਤੂੰ ਹੀ ਕਟਾਰੀ ਸੇਲ ਸਭ, ਤੂੰ ਹੀ ਕਰਦ ਕਿਰਪਾਨ। ਸ਼ਾਸਤਰ ਅਸ਼ਤਰ ਤੁਮ ਹੀ ਸਿਪਰ ਤੁਮਰੀ, ਕਵਚ ਨਿਖੰਗ ਅਵਚਾਤਕ, तुम ही बने तुम व्यापक सर्वांग। श्री तू सब कारण तू ही, तू विद्या को सार, तुम सबको उपराज ही, तुम ही लेहो उभार। तू ही तो संसार नू पैदा करने वाला है, ते तू ही संसार च माता है, तू ही पिता है, और तू ही मात लोक नू पैदा करने वाला है, ते तू ही इत्थे विचों जंग दे मैदान चों बचाउण वाला है, ते तू ही जेड़ा है मारन वाला है। तुम ही दिन रजनी तू ही, तू दिन है तू रात भी है, तुम ही दिन रजनी तू ही, तुम ही जीवन उपाय। कौतक हेरन के निमित तिन मों बाहर बढ़ाए। कहते लोकां च लड़ाइयां करके तू भी मेला ही देखदा है, तू भी जेड़ा तमाशा ही वेखदा है। कहो सतनाम श्री वाहिगुरू। किनू कह रहे ना? परमेश्वर नू। तो इस करके परमेश्वर दे कौतक ਹਨ। इदां दे कौतक 10वें पातशाह जी ने भी कीते। अगे आवेगी गल चंडी प्रगट करन दी, किवें उस ब्राह्मण ने बड़ा जोर लाया, ते जदों पातशाह जी ने सारा समान सिੱਟ के विच बेअंत प्रकाश होया, लखां लोकां दीयां अखां चुंदे आ गईयां, ते जद अखां खुलीआं ते पातशाह दे हत्थ विच तलवार सी। कहते आ तलवार दिती आ मैनू उस आदि शक्ति ने, परमेश्वर ने, चंडी ने। आ तलवार ही चंडी आ असल दे विच। तीर तू ही सैथी तू ही तवर तलवार, नाम तिहारो जो जपै भय सिंध पापार। ਇਹ ਸੰਬੋਧਨ ਸਤਿਗੁਰੂ ਅਕਾਲ ਪੁਰਖ ਨੂੰ ਕਰ ਰਹੇ ਹਨ। ਇਸ ਕਰਕੇ ਖੈਰ ਆਪਾਂ ਉਹ ਕਹਾਣੀ ਵੀ ਸਾਰੀ ਪੜਾਂਗੇ, ਸਾਖੀ ਚੰਡੀ ਪ੍ਰਗਟ ਕਰਨ ਦੀ। ਅਖੀਰ ਤੇ ਸਾਰੀ ਗੱਲ ਨਿਕਲ ਆਉਂਦੀ ਹੈ ਕਿ ਸਤਿਗੁਰਾਂ ਨੇ ਓਨਲੀ ਕੌਤਕ ਕੀਤਾ ਹੈ। ਸਿੱਖਾਂ ਦੇ ਮਨ 'ਚੋਂ ਇਹ ਭਰਮ ਕੱਢ ਦਿੱਤਾ ਕਿ ਕੋਈ ਇਸਤਰੀ ਦੇਵੀ ਪ੍ਰਗਟ ਨਹੀਂ ਹੁੰਦੀ ਮੰਤਰਾਂ ਨਾਲ। ਸ਼ਾਸਤਰਾਂ ਤੋਂ ਬਗੈਰ ਅਸੀਂ ਭੇਡ ਦੀ ਨਿਆਈਆਂ, ਬਿਨ ਕੇਸ਼ਨ ਬਿਨ ਸ਼ਾਸਤਰੰ ਨਰੰਗ ਭੇਡ ਜਾਨੋ। ਭੇਡਾਂ ਮੁੰਨੀਆਂ ਜਾਂਦੀਆਂ, ਭੇਡਾਂ ਦਾ ਕੰਨ ਫੜ ਕੇ ਕੋਈ ਜਿੱਥੇ ਮਰਜ਼ੀ ਲੈ ਜਾਵੇ। ਜਿਨ੍ਹਾਂ ਦੇ ਕੇਸ ਨਹੀਂ, ਜਿਨ੍ਹਾਂ ਦੇ ਸ਼ਾਸਤਰ ਨਹੀਂ ਕੋਲ, ਉਹ ਭੇਡਾਂ ਦੀ ਨਿਆਈ ਹੈ। ਗਹੋ ਕਾਣ ਤਾਹੇ ਕਿਤੇ ਲੈ ਸਿਧਾਨੋ। ਸ਼ਾਸਤਰ ਵਾਲਾ ਉਹਨੂੰ ਕੰਨੋਂ ਫੜ ਕੇ ਜਿੱਥੇ ਮਰਜ਼ੀ ਲੈ ਜਾਵੇ। ਇਸ ਕਰਕੇ ਸ਼ਾਸਤਰ ਜ਼ਰੂਰੀ ਹੈ। ਸ਼ਾਸਤਰ ਹੀ ਜਿਹੜਾ ਹੈ ਉਹ ਪਰਮੇਸ਼ਰ ਦਾ ਸਰੂਪ ਹੈ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਵਤ ਜੀਤਾ ਛਤਰ ਬਢੇਰੇ, ਮਹਿ ਸੋਕੇ ਭੋਗ ਕਨੇਰੇ। ਜੇ ਛਤਰਾਂ ਨੂੰ ਜਿੱਤ ਕਰਕੇ ਜਿਉਂਦਾ ਰਹਿ ਜਾਂਦਾ ਹੈ ਤੇ ਇਸ ਧਰਤੀ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਸੁੱਖ ਮਾਣਦਾ ਹੈ ਜੀ। ਸ਼ਸਤਰ ਮਹਾਤਮ ਮਹਾ ਮਹਾਨੋ, ਜਾਤੇ ਸ਼ਸਤਰ ਗਹਿ ਨ ਕੋ ਠਾਨੋ। ਤਾਂ ਪਾਤਸ਼ਾਹ ਜੀ ਨੇ 1699 ਤੋਂ ਪਹਿਲਾਂ ਹੀ ਇਹ ਹੁਕਮ ਦੇ ਦਿੱਤਾ ਸੀਗਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਮੇਰੇ ਕੋਲ ਆਵੇ ਉਹ ਹਮੇਸ਼ਾ ਸ਼ਸਤਰ ਹੱਥ ਵਿੱਚ ਰੱਖੇ ਜੀ। ਸੁਨ ਸ੍ਰੀ ਗੁਰੂ ਸਤਿਗੁਰ ਉਪਦੇਸ਼, ਭਈ ਸੰਗਤਾਂ ਵਿਦਾ ਅਸ਼ੇਸ਼। ਔਰ ਅੱਜ ਤੋਂ ਤੁਸੀਂ ਸ਼ਸਤਰ ਲੈ ਕੇ ਆਇਆ ਕਰੋ। ਇਉਂ ਸੰਗਤਾਂ ਦਾ ਇਹ ਮਸਲਾ ਹੱਲ ਕਰ ਦਿੱਤਾ ਹੈ ਤੇ ਸੰਗਤਾਂ ਨੂੰ ਵਿਦਾ ਕੀਤਾ ਹੈ ਜੀ। ਆਪਣੇ ਸਦਨ ਗਏ ਸੁਖ ਪਾਏ, ਪੁਨ ਸੰਚੈ ਹਥਿਆਰ ਕਰਾਏ। ਫਿਰ ਸਤਿਗੁਰੂ ਪਾਤਸ਼ਾਹ ਜੀ ਆਪਣੇ ਮਹਿਲਾਂ ਵਿੱਚ ਆ ਗਏ ਤੇ ਸਤਿਗੁਰਾਂ ਨੇ ਵੀ ਜਿਹੜਾ ਹੈ ਬਹੁਤ ਸਾਰੇ ਹਥਿਆਰ ਬਣਵਾਉਣੇ ਲੋਹਾਰਾਂ ਤੋਂ ਸ਼ੁਰੂ ਕੀਤੇ। ਸਿੱਖ ਸੰਗਤਾਂ ਨੇ ਵੀ ਘਰੋਂ ਘਰੀ ਆਪਣੇ ਸ਼ਾਸਤਰ ਸੰਭਾਲਣੇ ਕੀਤੇ ਜੀ। ਕਿਤਕ ਮਾਸ ਕੇ ਬਿਤੇ ਬਿਸ਼ਾਰੀ, ਗੁਰ ਦਰਸ਼ਨ ਕੀਸ ਤਿਆਰੀ। ਇਸ ਦਿਨ ਤੋਂ ਲੈ ਕੇ ਤੇ ਅਗਲੀ ਵਿਸਾਖੀ ਤੱਕ ਵੈਸੇ 12 ਮਹੀਨੇ ਬਣਦੇ ਆ।
ਅਗਲੀ ਵਿਸਾਖੀ ਤੋਂ ਪਹਿਲਾਂ 11 ਮਹੀਨੇ ਹੁਣ ਚੰਡੀ ਪ੍ਰਗਟ ਕਰਨ ਤੇ ਲੱਗੇ ਨੇ। ਭਾਵ 11 ਮਹੀਨੇ ਇਹ ਕੌਤਕ ਚੱਲਦਾ ਰਿਹਾ ਪਹਾੜੀ ਦੇ ਉੱਤੇ। ਜਿਵੇਂ ਪੰਡਤ ਕਹਿੰਦਾ ਰਿਹਾ, ਗੁਰੂ ਸਾਹਿਬ ਜਾਣਬੁੱਝ ਕੇ ਉੱਦਾਂ ਕਰਦੇ ਰਹੇ। ਮਕਸਦ ਸੀਗਾ ਕਿ ਜਿਹੜਾ ਸਿੱਖ ਸੰਗਤਾਂ ਦੇ ਮਨ ਵਿੱਚ ਇਹਨਾਂ ਨੇ ਭਰਮ ਪਾਇਆ ਹੋਇਆ ਨਾ, ਬਈ ਦੇਵੀ ਪ੍ਰਗਟ ਕਰ ਲਓ, ਉਹ ਤੁਹਾਡੀ ਮਦਦ ਕਰੇਗੀ। ਸਤਿਗੁਰ ਨੇ ਉਹ ਗੱਲ ਕਲੀਅਰ ਕਰਨੀ ਸੀ ਕਿ ਦੇਵੀ ਅਸਲ ਵਿੱਚ ਹੈ ਕੀ। ਜਿਨ ਜੇ ਅੰਗਨ ਸ਼ਾਸਤਰ ਲਗਾਏ, ਖੜਗ ਗਾਤਰੇ ਸੇ ਪਰ ਉਠਾਏ। ਹੁਣ ਸਿੱਖਾਂ ਨੇ ਗੁਰੂ ਪਿਆਰਿਓ ਸ਼ਾਸਤਰ ਸਰੀਰ ਤੇ ਧਾਰਨ ਕਰਨੇ ਸ਼ੁਰੂ ਕੀਤੇ। ਇਹ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਸਤਿਗੁਰਾਂ ਨੇ ਹੁਕਮ ਦੇ ਦਿੱਤਾ ਹੈ। ਔਰ ਫੌਜਾਂ ਦੀ ਨਿਆਈ ਸਿੱਖ ਵੀ ਜਿਹੜਾ ਗੁਰੂ ਕਾ ਇੱਕ ਫੌਜੀ ਬਣ ਕੇ ਰਹਿਣ ਲੱਗਿਆ। ਕੋਈ ਤਲਵਾਰ ਗਾਤਰੇ ਪਹਿਨਦਾ ਹੈ, ਕੋਈ ਹੱਥ ਵਿੱਚ ਤੀਰ ਰੱਖਦਾ ਹੈ, ਕੋਈ ਭਾਲਾ ਰੱਖਦਾ ਹੈ। ਤਰ੍ਹਾਂ ਤਰ੍ਹਾਂ ਦੇ ਸ਼ਾਸਤਰ ਸਿੱਖ ਆਪਣੇ ਹੱਥ ਵਿੱਚ ਰੱਖਣ ਲੱਗੇ ਜੀ। ਇਨਹੂ ਤਰਕਸ਼ ਗਹੀ ਕਮਾਨ, ਪੇਸ਼ ਕਬਜ ਜਮਦਾੜ ਮਹਾਨ। ਕੋਈ ਤਰਕਸ਼ ਤੀਰ ਕਮਾਨ ਰੱਖਦਾ ਹੈ ਔਰ ਕੋਈ ਪੇਚ ਕਬਜ ਕਟਾਰ ਜੋ ਨੇੜਿਓਂ ਵੱਖੀ ਵਿੱਚ ਮਾਰਿਆ ਜਾਂਦਾ ਹੈ ਦੁਸ਼ਮਣ ਦੇ। ਜਮਦਾੜ ਵੀ ਉਸ ਨੂੰ ਕਹਿੰਦੇ ਹਨ, ਜਮਧਾਰ ਕਟਾਰ, ਜੋ ਹੱਥ ਵਿੱਚ ਫੜ ਕੇ ਬਹੁਤ ਨੇੜੇ ਜਾਂ ਦੁਸ਼ਮਣ ਆ ਜਾਂਦਾ, ਵੱਖੀ ਵਿੱਚ ਮਾਰਿਆ ਜਾਂਦਾ, ਛਾਤੀ ਵਿੱਚ ਮਾਰਿਆ ਜਾਂਦਾ ਹੈ। ਇੱਦਾਂ ਦੇ ਸ਼ਾਸਤਰ ਸਿੱਖ ਸੰਗਤਾਂ ਆਪਣੇ ਸਰੀਰ ਤੇ ਸਜਾ ਕੇ ਰੱਖਣ ਲੱਗੀਆਂ ਜੀ। ਸਮ ਸੈਨਾ ਕੇ ਸੰਗਤ ਹੋਈ, ਗਮਨੀ ਮਗ ਦੇਖਤ ਸਭ ਕੋਈ। ਜਦੋਂ ਅਗਲੀ ਵਾਰ ਸੰਗਤ ਆਉਂਦੀ ਹੈ ਨਾ, ਹੁਣ ਸਾਰਿਆਂ ਕੋਲੇ ਸ਼ਾਸਤਰ ਹੁੰਦੇ ਆ, ਤੇ ਜਦੋਂ ਰਸਤੇ 'ਚੋਂ ਲੰਘਦੇ ਆ, ਪਹਿਲਾਂ ਦੀ ਨਿਆਈ, ਪਹਿਲਾਂ ਹਿੰਦੂ ਵੀ ਜਾ ਕੇ ਮਜ਼ਾਕ ਕਰਦੇ ਸਨ ਸਿੱਖਾਂ ਦੇ ਨਾਲ, ਔਰ ਗੁਰੂ ਪਿਆਰਿਓ ਮੁਗਲ ਵੀ ਕਰਦੇ ਸਨ। ਔਰ ਮੁਗਲਾਂ ਨੇ ਸੰਗਤਾਂ ਦੇ ਕੋਲੋਂ ਸਮਾਨ ਵੀ ਖੋਹ ਲੈਣਾ। ਜਿਸ ਤਰ੍ਹਾਂ 6ਵੇਂ ਪਾਤਸ਼ਾਹ ਜੀ ਵੇਲੇ ਦੁਸ਼ਾਲੇ ਤੇ ਘੋੜੇ ਖੋਹ ਲਏ ਸੀਗੇ ਮੁਗਲਾਂ ਨੇ। ਤਾਂ ਹੁਣ ਜਦੋਂ ਫੌਜਾਂ ਦੀ ਨਿਆਈ ਸਿੱਖ ਸੰਗਤਾਂ ਆਉਣ ਲੱਗੀਆਂ ਸੱਜ ਵੱਜ ਕੇ ਧੱਜ ਕੇ, ਹਿੰਦੂ ਤੁਰਕ ਅਲਪ ਜਿਹੇ ਰਹਿ, ਤਰਾਸਤ ਹੋਈ ਸਕੈ ਨਹਿ ਬਨੇਰੈ। ਹੁਣ ਜਦੋਂ ਇਹਨਾਂ ਦੇ ਹੱਥਾਂ ਵਿੱਚ ਸ਼ਾਸਤਰ ਵੇਖਣ ਲੱਗੇ, ਕਿਸੇ ਦੇ ਮੋਢੇ ਤੇ ਕਮਾਨ ਟੰਗੇ ਹੈ, ਤੀਰਾਂ ਦਾ ਪੱਥਾ ਚਾੜਿਆ ਹੋਇਆ ਮੋਢੇ ਤੇ ਪਾਇਆ ਹੋਇਆ ਹੈ, ਕਿਸੇ ਦੇ ਗਾਤਰੇ ਵੱਡੀ ਤਲਵਾਰ ਪਾਈ ਹੋਈ ਹੈ 3 ਫੁੱਟੀ, ਕਿਸੇ ਦੇ ਹੱਥ ਵਿੱਚ ਵਰਸ਼ਾ ਹੈ, ਕਿਸੇ ਦੇ ਕਮਰ ਕਸੇ ਵੀ ਛੋਟੇ ਸ਼ਾਸਤਰ ਰੱਖੇ ਹੋਏ ਹਨ। ਇੱਕ ਸ਼ਿੰਗਾਰ ਵੀ ਬਣ ਗਿਆ ਸਿੱਖ ਦਾ ਤੇ ਰਕਸ਼ਾ ਵੀ ਹੋਣ ਲੱਗੀ। ਹੁਣ ਇਹ ਹਿੰਦੂ ਤੇ ਤੁਰਕ ਦੂਰ ਹੀ ਰਹਿਣ ਲੱਗੇ। ਨਾ ਕੋਈ ਮਜ਼ਾਕ ਕਰਨ ਨੇੜੇ ਆਉਂਦਾ, ਨਾ ਕੋਈ ਇਹਨਾਂ ਨੂੰ ਹੁਣ ਬੁਲਾਉਂਦਾ, ਨਾ ਡਰਾਉਂਦਾ। ਜਿਸ ਥਲ ਬ੍ਰਿੰਦ ਹਿੰਦੂ ਕੈ ਤੁਰਕਾ, ਤਹਿ ਰਣ ਕਰਹਿ ਧਾਰ ਬਲ ਗੁਰ ਕਾ। ਔਰ ਜੇ ਕੋਈ ਜ਼ਿਆਦਾ ਹੀ ਤੰਗ ਕਰਦੇ, ਭਾਵ ਮੰਨ ਲਓ ਬਹੁਤੇ ਹਿੰਦੂ ਇਕੱਠੇ ਹੋ ਗਏ ਆ, ਬਹੁਤੇ ਤੁਰਕ ਇਕੱਠੇ ਹੋ ਗਏ ਆ, ਜਾਣ ਬੁੱਝ ਕੇ ਪੰਗਾ ਲੈ ਲਿਆ ਸਿੱਖਾਂ ਦੇ ਨਾਲ, ਤੇ ਫਿਰ ਸਿੱਖਾਂ ਨੇ ਸ਼ਾਸਤਰ ਚਲਾਉਣਾ ਸ਼ੁਰੂ ਕਰਨਾ। ਕੇਤਕ ਸਿੱਖ ਮਰੇ ਲਰ ਤਹਾਂ, ਹਿੰਦੂ ਤੁਰਕ ਹਤੇ ਨਰ ਜਹਾਂ। ਤੇ ਉੱਥੇ ਜੰਗ ਦੇ ਵਿੱਚ ਸਿੱਖ ਵੀ ਸ਼ਹੀਦ ਹੋ ਜਾਂਦੇ ਆ, ਤੇ ਬਹੁਤ ਸਾਰੇ ਦੁਸ਼ਮਣ ਹਿੰਦੂ ਤੁਰਕ ਵੀ ਮਾਰੇ ਜਾਂਦੇ। ਕੇਤਕ ਘਾਇਲ ਗ੍ਰਾਮਨ ਛੋਰੇ, ਬਚੇ ਸੋ ਆਏ ਸ੍ਰੀ ਗੁਰ ਓਰੇ। ਜਿਹੜੇ ਕੋਈ ਜ਼ਖਮੀ ਹੋ ਜਾਂਦੀ, ਉਹ ਪਿੰਡਾਂ ਦੇ ਵਿੱਚ ਕੋਈ ਆਪਣੇ ਦੋਸਤ ਮਿੱਤਰ ਦੇ ਕੋਲ ਛੱਡ ਦੇਣੇ, ਤੇ ਜਿਹੜੇ ਬਚ ਜਾਂਦੇ